ਧੰਨ ਵਾਹਿਗੁਰੂ ਜੀ। ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਨ ਬਾਣੀ ਸੁਜਸ ਪੂਰ ਰਾਖੋ। ਮਨ ਸੋ ਮਧੁ ਕਰ ਕਰੋ, ਚਰਨ ਹਿਰਦੇ ਧਰੋ। ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਨ ਬਾਣੀ ਸੁਜਸ ਪੂਰ ਰਾਖੋ। ਮਨ ਸੋ ਮਧੁ ਕਰ ਕਰੋ, ਚਰਨ ਹਿਰਦੇ ਧਰੋ। ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾਉ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇਕ ਬੇਨਤੀ ਹਰਿ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇਕ ਬੇਨਤੀ ਹਰਿ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਗੁਰੂ ਮਹਾਰਾਜ ਦੀ ਮਿਹਰ ਦੇ ਪਾਤਰ ਬਣ ਕੇ ਜੋ ਆਪਾਂ ਨਿਤਾ ਪ੍ਰਤੀ ਇਹਨਾਂ ਦੀਵਾਨਾਂ ਦੇ ਵਿੱਚ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ, ਜਿਸ ਤਹਿਤ ਬਾਬਾ ਰਵਿਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਨੂੰ ਆਪਾਂ ਲੜੀਵਾਰ ਸਮਝਣ ਦਾ, ਵਿਚਾਰਨ ਦਾ ਯਤਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 694 ਉੱਪਰ ਰਾਗ ਧਨਾਸਰੀ ਦੇ ਵਿੱਚੋਂ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਆਪ ਜੀ ਨੇ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਇਸ ਰਾਗ ਵਿੱਚ ਬਾਬਾ ਰਵਿਦਾਸ ਸਾਹਿਬ ਮਹਾਰਾਜ ਦੇ ਕੁੱਲ 3 ਸ਼ਬਦ ਦਰਜ ਹਨ, ਜਿਸ ਵਿੱਚੋਂ ਆਪ ਜੀ ਨੇ ਇਹ ਦੂਸਰਾ ਸ਼ਬਦ ਸੁਣਿਆ ਹੈ। ਜਿਹੜੀ ਚੀਜ਼ ਮਨੁੱਖ ਦੇ ਜੀਵਨ ਵਿੱਚ ਕੀਮਤੀ ਹੋਵੇ, ਮਨੁੱਖ ਉਹਨੂੰ
ਕਿਸੇ ਵੀ ਯਤਨ ਨਾਲ ਗਵਾਉਣਾ ਨਹੀਂ ਚਾਹੇਗਾ। ਕਿਸੇ ਮਨੁੱਖ ਦੇ ਜੀਵਨ ਵਿੱਚ ਕੋਈ ਚੀਜ਼ ਮੁੱਲਵਾਨ ਹੋ ਸਕਦੀ ਹੈ। ਕਿਸੇ ਮਨੁੱਖ ਦੇ ਜੀਵਨ ਵਿੱਚ ਕੋਈ ਚੀਜ਼ ਉਹਦੇ ਲਈ ਕੀਮਤੀ ਹੋ ਸਕਦੀ ਹੈ। ਹਰ ਇੱਕ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਚੀਜ਼ ਉੱਤੇ ਕੇਂਦਰਿਤ ਕੀਤਾ ਹੋਇਆ ਹੈ। ਕਿਸੇ ਲਈ ਰੁਤਬਾ ਸਭ ਤੋਂ ਉੱਚੀ ਚੀਜ਼ ਹੈ। ਉਹ ਰੁਤਬੇ ਦੀ ਖਾਤਰ, ਪਦਵੀ ਦੀ ਖਾਤਰ ਆਪਣੇ ਮਿੱਤਰ ਗਵਾ ਲੈਂਦਾ ਹੈ, ਦੋਸਤ ਗਵਾ ਲੈਂਦਾ ਹੈ, ਰਿਸ਼ਤੇਦਾਰ ਗਵਾ ਲੈਂਦਾ ਹੈ, ਦੌਲਤ ਤੱਕ ਵੀ ਨਿਸ਼ਾਵਰ ਕਰ ਦਿੰਦਾ ਹੈ। ਐਸਾ ਅਸੀਂ ਰਾਜਿਆਂ ਦੇ ਇਤਿਹਾਸ ਵਿੱਚ, ਬਾਦਸ਼ਾਹਾਂ ਦੇ ਇਤਿਹਾਸ ਵਿੱਚ ਪੜ੍ਹਿਆ। ਉਹਨਾਂ ਲਈ ਰੁਤਬੇ, ਬਾਦਸ਼ਾਹੀਆਂ ਸਭ ਤੋਂ ਉੱਤਮ ਸਨ। ਇਸ ਲਈ ਉਹਨਾਂ ਨੇ ਆਪਣੇ ਸਕੇ ਭਰਾਵਾਂ ਨੂੰ ਵੀ ਕਤਲ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਆਪਣੇ ਪਿਤਾ, ਆਪਣੇ ਉਸਤਾਦ, ਆਪਣੇ ਚਹੇਤੇ, ਆਪਣੇ ਦੋਸਤ, ਆਪਣੇ ਮਿੱਤਰ ਕਤਲ ਕੀਤੇ ਅਤੇ ਕਰਵਾਏ, ਕਾਲ ਕੋਠੜੀਆਂ ਵਿੱਚ ਧੱਕ ਦਿੱਤੇ, ਕਿਉਂਕਿ ਉਹਨਾਂ ਦੇ ਲਈ ਮੁੱਲਵਾਨ ਤੇ ਕੀਮਤੀ ਵਸਤੂ ਸੀ ਉੱਚੀ ਪਦਵੀ, ਬਾਦਸ਼ਾਹੀ। ਕਿਸੇ ਲਈ ਮਿੱਤਰਤਾ ਸਭ ਤੋਂ ਉੱਤਮ ਸੀ। ਉਹਨਾਂ ਆਪਣੀ ਮਿੱਤਰਤਾ ਬਚਾਉਣ ਵਾਸਤੇ ਪਦਵੀਆਂ ਨਿਸ਼ਾਵਰ ਕਰ ਦਿੱਤੀਆਂ, ਰੁਤਬੇ ਛੱਡ ਦਿੱਤੇ। ਕਿਸੇ ਲਈ ਰਿਸ਼ਤੇ ਅਹਿਮ ਸਨ। ਉਹਨਾਂ ਰਿਸ਼ਤਿਆਂ ਦੀ ਖਾਤਰ ਦੌਲਤ ਨੂੰ ਠੋਕਰ ਮਾਰੀ, ਆਪਣੇ ਸੁੱਖ ਆਰਾਮ ਤੇ ਸਹੂਲਤਾਂ ਨੂੰ ਠੋਕਰ ਮਾਰੀ। ਕਿਸੇ ਲਈ ਪੈਸਾ ਅਹਿਮ ਸੀ। ਉਸਨੇ ਪੈਸੇ ਦੀ ਖਾਤਰ ਆਪਣੇ ਰਿਸ਼ਤਿਆਂ ਦੇ ਨਾਲ ਦਗਾ ਕੀਤਾ, ਬੇਵਫਾਈਆਂ ਕੀਤੀਆਂ। ਸੰਸਾਰ, ਦੀਨ, ਧਰਮ ਸਭ ਕੁਝ ਗਵਾ ਲਿਆ। ਗੁਰੂ ਸਾਹਿਬ ਜੀ ਨੇ ਪਾਵਨ ਬਾਣੀ 'ਚ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ, ਕਾਮੀ ਲਈ ਕਾਮ ਮੁੱਲਵਾਨ ਹੈ, ਅਮਲ ਕਰਨ ਵਾਲੇ ਲਈ, ਨਸ਼ੇੜੀ ਲਈ ਨਸ਼ਾ ਮੁੱਲਵਾਨ ਹੈ। ਉਹ ਨਸ਼ੇ ਦੀ ਖਾਤਰ ਵੇਖੋ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦਾ, ਆਪਣੇ ਘਰ ਦੀ, ਪਰਿਵਾਰ ਦੀ ਪਰਵਾਹ ਨਹੀਂ ਕਰਦਾ, ਸਮਾਜ ਵਿੱਚ ਹੋਣ ਵਾਲੀ ਆਪਣੀ ਬੇਇੱਜ਼ਤੀ ਦੀ ਪਰਵਾਹ ਨਹੀਂ ਕਰਦਾ। ਆਪਣੇ ਹੱਥੀਂ ਆਪਣੀ ਦੌਲਤ ਦਾ, ਜਾਇਦਾਦ ਦਾ ਉਜਾੜਾ ਕਰ ਲੈਂਦਾ ਹੈ, ਕਿਉਂਕਿ ਉਹਦੇ ਲਈ ਉਹ ਜਿਹੜਾ ਚਸਕਾ ਹੈ, ਉਹ ਜਿਹੜਾ ਸਵਾਦ ਹੈ, ਉਹ ਜਿਹੜਾ ਰਸ ਹੈ ਨਸ਼ੇ ਦਾ, ਉਹ ਮੁੱਲਵਾਨ ਹੈ। ਉਹਦੀ ਜ਼ਿੰਦਗੀ ਉਹਦੇ 'ਤੇ ਕੇਂਦਰਿਤ ਹੈ। ਤੋ ਕਹਿਣ ਤੋਂ ਭਾਵ ਵੀ ਹਰ ਇੱਕ ਚੀਜ਼ ਲਈ, ਹਰ ਇੱਕ ਮਨੁੱਖ ਲਈ ਕੋਈ ਨਾ ਕੋਈ ਕੇਂਦਰ ਬਿੰਦੂ ਹੈ ਜਿਸ ਦੇ ਦੁਆਲੇ ਉਹਦੀ ਜ਼ਿੰਦਗੀ ਘੁੰਮਦੀ ਹੈ ਤੇ ਜਿਸ ਲਈ ਉਹ ਜੀਂਦਾ ਹੈ, ਜਿਸ ਲਈ ਉਹ ਬਾਕੀ ਸਭ ਕੁਝ ਤੋਂ ਮੂੰਹ ਮੋੜ ਲੈਂਦਾ ਹੈ। ਪਰ ਅਸੀਂ ਇਸ ਮੁਬਾਰਕ ਸ਼ਬਦ ਵਿੱਚੋਂ ਸਮਝਣ ਦਾ ਯਤਨ ਕਰੀਏ ਕਿ ਬਾਬਾ ਰਵਿਦਾਸ ਸਾਹਿਬ ਜੀ ਦੇ ਲਈ ਸਭ ਤੋਂ ਮੁੱਲਵਾਨ ਵਸਤੂ ਕਿਹੜੀ ਹੈ। ਹਾਲਾਂਕਿ ਚੇਤੇ ਵਿੱਚ ਰੱਖਣਾ, ਮਨੁੱਖ ਭੁੱਖਾ ਹੋਵੇ ਨਾ ਤੇ ਉਹਨੂੰ ਤੁਸੀਂ ਬਹੁਤ ਚੰਗੀਆਂ ਕਹਾਣੀਆਂ ਸੁਣਾਓ ਤਾਂ ਉਹ ਕਹੇਗਾ ਕਹਾਣੀ ਦੇ ਵਿੱਚ ਰੋਟੀ ਦਾ ਜ਼ਿਕਰ ਨਹੀਂ ਹੈ। ਕੋਈ ਮਨੁੱਖ ਥੱਕਿਆ ਹੋਇਆ ਹੋਵੇ ਤੇ ਤੁਸੀਂ ਉਸ ਦੇ ਲਾਗੇ ਬਹੁਤ ਫਾਇਦੇ ਦੀਆਂ ਗੱਲਾਂ ਕਰੋ, ਉਹ ਕਹੇਗਾ 10 ਮਿੰਟ ਤੁਸੀਂ ਮੈਨੂੰ ਜੇ ਆਰਾਮ ਕਰਨ ਦਿਓ ਤਾਂ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਕੋਈ ਮਨੁੱਖ ਨੰਗਾ ਹੋਵੇ, ਉਸ ਲਈ ਕੱਪੜੇ ਦੀ ਸਭ ਤੋਂ ਵੱਧ ਅਹਿਮੀਅਤ ਹੁੰਦੀ ਹੈ। ਕੋਈ ਗਰੀਬ ਹੋਵੇ, ਉਸ ਲਈ ਦੌਲਤ ਦੀ ਸਭ ਤੋਂ ਵੱਧ ਅਹਿਮੀਅਤ ਹੁੰਦੀ ਹੈ, ਪੈਸੇ ਦੀ, ਪਦਾਰਥ ਦੀ। ਅਸੀਂ ਜਦੋਂ ਧੁੱਪੇ ਸੜ ਰਹੇ ਹੋਈਏ ਤੇ ਅਸੀਂ ਛਾਂ ਲੱਭਦੇ ਹਾਂ, ਤਪਸ਼ ਹੋਵੇ ਤੇ ਅਸੀਂ ਠੰਡ ਲੱਭਦੇ ਹਾਂ, ਠੰਡ ਹੋਵੇ ਤੇ ਗਰਮੀ ਲੱਭਦੇ ਹਾਂ। ਯਾਨੀ ਕਿ ਜਿਹੜੀ ਚੀਜ਼ ਦੀ ਸਾਨੂੰ ਘਾਟ ਹੋਵੇ ਨਾ, ਅਸੀਂ ਉਹ ਚੀਜ਼ ਲੱਭਦੇ ਹਾਂ। ਹੁਣ ਅਸੀਂ ਸੋਚਾਂਗੇ, ਮੰਨ ਲਓ ਕੱਖਾਂ ਦੀ ਇੱਕ ਕੁੱਲੀ ਵਿੱਚ ਕੋਈ ਬੈਠਾ ਹੈ, ਕੱਚੀ ਛੱਪਰੀ ਹੈ, ਘਰ ਵਿੱਚ ਬੜੀ ਗਰੀਬੀ ਹੈ, ਸਮਾਜ ਵਿੱਚ, ਸਮਾਜ ਦੇ ਉੱਚੇ ਜਿਹੜੇ ਤਥਾ ਕਥਿਤ ਠੇਕੇਦਾਰ ਅਖਵਾਉਂਦੇ ਲੋਕ ਨੇ, ਉਹਨਾਂ ਵੱਲੋਂ ਕੋਈ ਮਾਣ ਸਨਮਾਨ ਨਹੀਂ ਮਿਲਦਾ। ਮੰਨੋ ਕਿ ਬਰਾਦਰੀ ਦੇ ਤੌਰ 'ਤੇ ਕਿਸੇ ਨੂੰ ਨੀਵਾਂ ਕਹਿ ਦਿੱਤਾ ਗਿਆ ਔਰ ਉਹਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਜਿਹਦੇ ਕੋਲ ਹੋਣ, ਉਹਨੂੰ ਜੇ ਕੋਈ ਪੁੱਛੇ ਵੀ ਤੇਰੇ ਲਈ ਸਭ ਤੋਂ ਕੀਮਤੀ ਵਸਤੂ ਕਿਹੜੀ, ਉਹ ਕਹੇਗਾ ਮੈਨੂੰ ਦੌਲਤ ਦੇ ਦੇ। ਜੇ ਮੈਂ ਅਮੀਰ ਹੋ ਗਿਆ ਤੇ ਲੋਕਾਂ ਨੇ ਬਰਾਦਰੀ ਵੀ ਭੁੱਲ ਜਾਣੀ ਹੈ, ਸਤਿਕਾਰ ਦੇਣਗੇ, ਮਾਣ ਦੇਣਗੇ, ਘਰ ਦੀ ਭੁੱਖ ਗਰੀਬੀ ਨਿਕਲ ਜਾਏਗੀ। ਮੈਂ ਇਹੋ ਕੱਖਾਂ ਦੀ ਕੁੱਲੀ ਦੀ ਜਗ੍ਹਾ ਮਹਿਲ 'ਚ ਬੈਠਾ ਹਾਂ, ਮੈਂ ਲੋਕਾਂ ਨੂੰ ਆਪਣੇ ਦਰ 'ਤੇ ਨੌਕਰ ਰੱਖ ਲਵਾਂ, ਰੋਜ਼ ਮੈਨੂੰ ਸਲਾਮਾਂ ਹੋਣ,
ਨਮਸਕਾਰਾਂ ਹੋਣ, ਜੀ ਹਜ਼ੂਰੀ ਕਰਨ ਵਾਲੇ ਲੋਕ ਹੋਣ, ਪਰ ਨਹੀਂ, ਐਸਾ ਕੋਈ ਪੁਰਖ ਜਦੋਂ ਉਸ ਨੂੰ ਪੁੱਛਿਆ ਜਾਏ ਤੁਹਾਡੇ ਲਈ ਜ਼ਿੰਦਗੀ ਵਿੱਚ ਸਭ ਤੋਂ ਮੁੱਲਵਾਨ ਕੀਮਤੀ ਵਸਤੂ ਕਿਹੜੀ ਹੈ ਤੇ ਤੁਸੀਂ ਕੀ ਮੰਗੋਗੇ, ਉਹ ਕਹਿੰਦੇ ਮੈਂ ਇੱਕੋ ਚੀਜ਼ ਮੰਗਦਾ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਮੇਰੀ ਪ੍ਰੀਤ, ਮੇਰਾ ਪਿਆਰ, ਮੇਰੀ ਮੁਹੱਬਤ, ਮੇਰਾ ਇਸ਼ਕ ਗੋਬਿੰਦ ਸਿਉ, ਕਾਇਨਾਤ ਦੇ ਸਿਰਜਕ, ਗੋਬਿੰਦ ਦਾ ਅਰਥ ਹੈ ਜਿਹੜਾ ਸ੍ਰਿਸ਼ਟੀ ਨੂੰ, ਕਾਇਨਾਤ ਨੂੰ, ਕੁਦਰਤ ਨੂੰ ਸਿਰਜਦਾ, ਗੋਬਿੰਦ। ਜਿਨ ਘਟੈ, ਜਿਨ ਦਾ ਮਤਲਬ ਹੈ ਮਤਾਂ ਕਿਤੇ ਘਟ ਜਾਏ, ਮੈਂ ਹਮੇਸ਼ਾ ਇਹ ਸੋਚ ਕੇ ਚੱਲ, ਮਤਾਂ ਕਿਤੇ ਮੇਰਾ ਪਿਆਰ ਉਸ ਗੋਬਿੰਦ ਨਾਲੋਂ ਘਟ ਜਾਏ। ਮੇਰੇ ਲਈ ਸਭ ਤੋਂ ਮੁੱਲਵਾਨ ਵਸਤੂ ਕਿਹੜੀ ਹੈ, ਕੀਮਤੀ ਚੀਜ਼ ਕਿਹੜੀ ਹੈ? ਪਰਮੇਸ਼ਰ ਦਾ ਪਿਆਰ, ਰੱਬੀ ਪਿਆਰ। ਔਰ ਆਪਾਂ ਭਗਤ ਜੀ ਦੇ ਦੂਜੇ ਸ਼ਬਦਾਂ ਵਿੱਚੋਂ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ ਸੀ ਵੀ ਰੱਬੀ ਰਾਹ 'ਤੇ ਤੁਰਨ ਵਾਲਿਆਂ ਦੇ ਹਿਰਦੇ ਵਿੱਚ ਰੱਬ ਦੇ ਪ੍ਰੇਮ ਦਾ ਕੀ ਅਰਥ ਹੈ, ਇਹ ਆਪਾਂ ਪਿਛਲੇ ਸ਼ਬਦਾਂ 'ਚ ਵਿਚਾਰਿਆ ਵੀ ਰੱਬ ਦਾ ਪ੍ਰੇਮ ਹੋਣ ਦਾ ਅਰਥ ਕੀ ਹੈ, ਭਾਵ ਕੀ ਹੈ। ਰੱਬ ਦੇ ਪ੍ਰੇਮ ਦਾ ਅਰਥ ਹੈ ਸਮਰਪਣ ਭਾਵ ਹੋਣਾ, ਰੱਬੀ ਗੁਣਾਂ ਨਾਲ ਜਿਹੜਾ ਜੀਣਾ, ਰੱਬੀ ਗੁਣਾਂ ਨਾਲ ਪ੍ਰੇਮ ਕਰਕੇ, ਔਰ ਉਹਦੇ ਵਿੱਚ ਬੜਾ ਕੁਝ ਆਉਂਦਾ ਹੈ, ਬਹੁਤ ਕੁਝ। ਰੱਬ ਦੀ ਖਲਕਤ ਨਾਲ ਪਿਆਰ ਕਰਨਾ, ਬਰਾਬਰਤਾ ਰੱਖਣੀ, ਸਾਂਝੀਵਾਲਤਾ ਰੱਖਣੀ, ਦਵੈਸ਼ ਤੋਂ ਮੁਕਤ ਹੋਣਾ, ਇਹ ਸਭ ਰੱਬ ਦੇ ਪ੍ਰੇਮ ਦੀਆਂ ਨਿਸ਼ਾਨੀਆਂ ਨੇ। ਇਹਦੀ ਬੜੀ ਲੰਬੀ ਚੌੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਦਰਜ ਹੈ, ਪਰ ਆਪਾਂ ਇਸ ਨੁਕਤੇ ਨੂੰ ਕੇਵਲ ਸਮਝੀਏ। ਉਹ ਕੀ ਹੈ ਵੀ ਅੱਜ ਦੇ ਸ਼ਬਦ ਵਿੱਚ ਜਿਹੜੀ ਗੱਲ ਕਹੀ ਹੈ, ਕਹਿਣ ਲੱਗੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ, ਮੈਂ ਕਿਉਂ ਨਹੀਂ ਚਾਹੁੰਦਾ ਵੀ ਇਹ ਪ੍ਰੇਮ ਘਟ ਜਾਏ, ਕਿਉਂ ਮੈਂ ਇਸ ਚੀਜ਼ ਵੱਲ ਧਿਆਨ ਦੇਣਾ। ਕਹਿੰਦੇ ਨੇ ਮੈਂ ਤਾਂ ਮੋਲ ਮਹਿੰਗੀ ਲਈ, ਮੈਂ ਬੜੀ ਮਹਿੰਗੀ ਵਿਹਾਜੀ ਹੈ, ਬੜੀ ਵੱਡੀ ਕੀਮਤ ਅਦਾ ਕੀਤੀ ਇਹਦੇ ਵਾਸਤੇ, ਕਿ ਕੋਈ ਸਸਤੀ ਵਸਤੂ ਨਹੀਂ। ਮੈਂ ਇੱਕ ਹੋਰ ਉਦਾਹਰਣ ਦੇਣਾ, ਸਾਡੇ ਘਰ ਵਿੱਚ ਸਭ ਤੋਂ ਸਸਤੀਆਂ ਚੀਜ਼ਾਂ ਵੀ ਸਾਡੇ ਕੋਲ ਹੁੰਦੀਆਂ ਨੇ, ਕੁਝ ਉਦੋਂ ਮਹਿੰਗੀਆਂ ਹੁੰਦੀਆਂ ਨੇ, ਕੁਝ ਤੇ ਸਭ ਤੋਂ ਕੀਮਤੀ ਚੀਜ਼ਾਂ ਵੀ ਸਾਡੇ ਘਰ ਹੁੰਦੀਆਂ। ਮੰਨ ਲਓ ਸੋਨਾ, ਹੀਰੇ ਜਵਾਹਰਾਤ ਹੋਣ, ਕੀਮਤੀ ਨਗੀਨੇ ਤੁਹਾਡੇ ਕੋਲ ਹੋਣ, ਜਿੰਨੀ ਕੋਈ ਚੀਜ਼ ਵੱਧ ਕੀਮਤੀ ਹੋਏਗੀ ਤੁਸੀਂ ਉਹਨੂੰ ਓਨਾ ਹੀ ਵੱਧ ਸਾਂਭ ਕੇ ਰੱਖੋਗੇ। ਇਸ ਤਰ੍ਹਾਂ ਹੀ ਹੁੰਦਾ ਹੈ ਨਾ ਜੀ। ਸਸਤੀ ਚੀਜ਼ ਵੱਲ ਅਸੀਂ ਧਿਆਨ ਬਹੁਤ ਘੱਟ ਦਿੰਦੇ ਹਾਂ, ਕੋਈ ਨਹੀਂ, ਟੁੱਟ ਗਈ, ਖਰਾਬ ਹੋ ਗਈ, ਕੋਈ ਚੁੱਕ ਕੇ ਲੈ, ਕੋਈ ਗੱਲ ਨਹੀਂ, ਬਹੁਤੀ ਮਹਿੰਗੀ ਨਹੀਂ ਸੀ। ਥੋੜੀ ਉਦੋਂ ਮਹਿੰਗੀ ਹੋਵੇ ਤੇ ਥੋੜਾ ਧਿਆਨ ਵੱਧ ਖਿੱਚਦੀ ਹੈ, ਸੰਭਾਲ ਵੱਧ ਮੰਗਦੀ ਹੈ। ਸਭ ਤੋਂ ਕੀਮਤੀ ਚੀਜ਼ ਹੋਵੇ ਸਾਡੇ ਘਰ 'ਚ, ਕੋਈ ਪਦਾਰਥ ਕੀਮਤੀ ਹੋਵੇ ਸਾਡੇ ਲਈ ਸਭ ਤੋਂ, ਅਸੀਂ ਉਸ ਪਦਾਰਥ ਦੀ, ਉਸ ਵਸਤੂ ਦੀ ਉਨੀ ਜ਼ਿਆਦਾ ਕੇਅਰ ਤੇ ਦੇਖਭਾਲ ਕਰਾਂਗੇ ਔਰ ਉਨੀ ਸੰਭਾਲ ਕਰਾਂਗੇ, ਉਹਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਚੋਰੀ ਨਾ ਹੋ ਜਾਏ, ਖਰਾਬ ਨਾ ਹੋ ਜਾਏ, ਇਹਦਾ ਨੁਕਸਾਨ ਨਾ ਹੋ ਜਾਏ। ਕਿਉਂਕਿ ਅਸੀਂ ਉਹਦੀ ਕਦਰ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਉਹਦੀ ਕੀਮਤ ਜਾਣਦੇ ਹਾਂ। ਚੇਤੇ 'ਚ ਰੱਖਣਾ, ਜਿਹਦੀ ਜਿੰਨੀ ਵੱਧ ਕੀਮਤ ਹੁੰਦੀ ਹੈ ਨਾ, ਉਹਦੀ ਕਦਰ ਵੀ ਓਨੀ ਕੀਤੀ ਜਾਂਦੀ। ਇਸ ਲਈ ਸ਼ਬਦ ਇਕੱਠਾ ਬਣਿਆ, ਕਦਰੋ ਕੀਮਤ। ਵੱਧ ਕੀਮਤ ਹੈ, ਕਦਰ ਵੱਧ ਹੈ। ਜੇ ਮੈਂ ਅੱਗੇ ਇੱਕ ਵਾਰ ਉਦਾਹਰਣ ਦਿੱਤੀ ਸੀ ਵੀ ਕੱਚ ਦਾ ਭਾਂਡਾ ਤਰੇੜਿਆ ਜਾਏ, ਟੁੱਟ ਜਾਏ, ਤਾਂ ਆਪਾਂ ਉਹਨੂੰ ਬਾਹਰ ਸੁੱਟ ਦਿੰਦੇ, ਬਹੁਤਾ ਮਲਾਲ ਅਫਸੋਸ ਨਹੀਂ ਕਰਦੇ। ਸੋਨੇ ਦਾ ਗਹਿਣਾ ਟੁੱਟ ਜਾਏ ਤੇ ਕਦੇ ਕਿਸੇ ਨੇ ਬਾਹਰ ਕੂੜੇ ਦੇ ਢੇਰ ਤੇ ਸੁੱਟਿਆ ਹੈ? ਉਹ ਵੀ ਵਸਤੂ, ਉਹ ਵੀ ਧਾਤੂ ਹੈ, ਉਹ ਵੀ ਧਾਤੂ ਹੈ। ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਅਸੀਂ ਕੱਚ ਦੇ ਭਾਂਡੇ ਨੂੰ ਤਰੇੜ ਆ ਜਾਏ, ਟੁੱਟ ਜਾਏ ਤੇ ਉਹਨੂੰ ਨਹੀਂ ਸਾਂਭਦੇ। ਜੇ ਸੋਨੇ ਦਾ ਗਹਿਣਾ 10 ਟੁਕੜੇ ਵੀ ਹੋ ਜਾਣ ਤੇ ਅਸੀਂ ਉਹਨੂੰ ਫਿਰ ਵੀ ਬੰਨ੍ਹ ਕੇ ਸਾਂਭ ਕੇ ਰੱਖ ਲੈਂਦੇ, ਕਿਉਂ? ਉਹਦੀ ਕੋਈ ਕੀਮਤ ਹੈ, ਉਹਦੀ ਕੀਮਤ ਕਰਕੇ ਉਹਦੇ ਟੁੱਟੇ ਹੋਏ ਦੀ ਵੀ ਕਦਰ ਕਰ ਰਹੇ ਹਾਂ। ਬਸ ਕਿਸੇ ਚੀਜ਼ ਦੀ ਜਦੋਂ ਕੀਮਤ ਸਾਨੂੰ ਸਮਝ ਵਿੱਚ ਆਉਂਦੀ ਹੈ ਕਿ ਇਹਦੀ ਕੀਮਤ ਕੀ ਹੈ, ਅਹਿਮੀਅਤ ਕੀ ਹੈ, ਵੱਡਪਣ ਕੀ ਹੈ, ਵਡਿਆਈ ਕੀ ਹੈ, ਇਹਦਾ ਉੱਚਾਪਨ ਕੀ ਹੈ, ਉਨੀ ਉਹਦੀ ਕਦਰ ਕਰਨੀ ਆਰੰਭ ਕਰਦੇ ਹਾਂ। ਇਸੇ ਲਈ ਬਾਬਾ ਰਵਿਦਾਸ ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਵੀ ਮੈਂ ਇਹ ਵਸਤੂ ਕੋਈ ਸਸਤੀ ਜਾਂ ਐਵੇਂ ਨਹੀਂ ਲਈ,
ਇਹਨੂੰ ਮੈਂ ਬੜੀ ਮਹਿੰਗੀ ਕੀਮਤ, ਮਹਿੰਗਾ ਮੁੱਲ ਅਦਾ ਕਰਕੇ ਇਸ ਨੂੰ ਵਿਹਾਜਿਆ। ਕੀ ਦਿੱਤਾ ਇਹਦੇ ਬਦਲੇ? ਕਹਿੰਦੇ ਨੇ ਮੈਂ ਤਾਂ ਮੋੜ ਮਹਿੰਗੀ ਲਈ ਜੀ ਸਟੈ। ਜੀ ਸਟੈ ਦਾ ਮਤਲਬ ਹੈ ਵੱਟੇ ਵਿੱਚ, ਜਿੰਦ ਦੇ ਵੱਟੇ ਵਿੱਚ ਆਪਣਾ ਵਜੂਦ ਭੇਟਾ ਕਰਕੇ, ਆਪਣਾ ਆਪ ਭੇਟਾ ਕਰਕੇ, ਆਪਣਾ ਆਪ ਵੇਚ ਕੇ ਉਹਦੇ ਇਵਜ਼ ਵਿੱਚ ਮੈਂ ਵਸਤੂ ਵਿਹਾਜੀ ਹੈ, ਜਿਸ ਨੂੰ ਬਾਬਾ ਕਬੀਰ ਸਾਹਿਬ ਆਖਦੇ ਨੇ ਮਨ ਦੇ ਰਾਮ ਲਿਆ ਹੈ ਮੋਲ। ਮਨ ਵਟੇ ਲਿਆ, ਆਪਣਾ ਵਜੂਦ ਭੇਟ ਕਰਕੇ ਲਿਆ, ਆਪਣਾ ਆਪਾ ਦਾਅ ਤੇ ਲਾ ਕੇ ਲਿਆ। ਹੁਣ ਜਦੋਂ ਰੱਬ ਦੇ ਪ੍ਰੇਮ ਦੀ ਗੱਲ ਆਉਣੀ, ਆਪਣਾ ਆਪਾ ਦਾਅ ਤੇ ਲੱਗਣ ਦਾ ਭਾਵ ਕੀ ਹੈ? ਆਪਣੀਆਂ ਝੂਠੀਆਂ ਖਾਹਿਸ਼ਾਂ ਦਾ ਤਿਆਗ ਕੀਤਾ ਹੈ, ਆਪਣੀ ਹਉਮੈ ਛੱਡੀ, ਵਿਕਾਰਾਂ ਦੇ ਚਸਕੇ ਛੱਡੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨੂੰ ਮਿੱਠਾ ਮੰਨਿਆ, ਉਹਦੇ ਭਾਣੇ 'ਚ ਜੀਵਿਆ, ਉਹਦੇ ਹੁਕਮ 'ਚ ਜੀਵਿਆ, ਆਪਣਾ ਆਪਾ ਆਪ ਸਮਰਪਿਤ ਕੀਤਾ। ਬੰਦੇ ਲਈ ਸਭ ਤੋਂ ਪਿਆਰੀ ਚੀਜ਼ ਕੀ ਹੈ ਜ਼ਿੰਦਗੀ ਵਿੱਚ? ਸਾਡੀ ਹਉਂ, ਸਾਡਾ ਅਹੰਕਾਰ, ਸਾਡੇ ਅੰਦਰ ਮੋਹ, ਸਾਨੂੰ ਵਿਸ਼ੇ ਵਿਕਾਰਾਂ ਦੇ ਚਸਕੇ, ਇਹ ਚੀਜ਼ਾਂ ਸਾਨੂੰ ਸਭ ਤੋਂ ਵੱਧ ਚੰਗੀਆਂ ਲੱਗਦੀਆਂ ਨੇ। ਇਸ ਲਈ ਗੁਰੂ ਨੇ ਕਿਹਾ ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠਿਨੀ। ਸਭ ਤੋਂ ਕਠਿਨ ਤਿਆਗ, ਸਭ ਤੋਂ ਔਖਾ ਤਿਆਗ ਇਹੀ ਹੈ, ਇਹੀ ਮਨੁੱਖ ਨਹੀਂ ਕਰ ਸਕਦਾ। ਤਾਂ ਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਇਹ ਸਭ ਤੋਂ ਔਖਾ ਕਠਿਨ ਕਾਰਜ ਸੀ ਆਪਣੀ ਜਿੰਦ ਵਟੇ ਇਸ ਪ੍ਰੀਤ ਨੂੰ, ਪਿਆਰ ਨੂੰ ਵਿਹਾਜਣਾ, ਆਪਣੇ ਵਜੂਦ ਨੂੰ ਸਮਰਪਿਤ ਕਰਕੇ ਇਸ ਪ੍ਰੇਮ ਨੂੰ ਵਿਹਾਜਣਾ। ਤੋ ਇਸ ਲਈ ਉਹਨਾਂ ਨੇ ਸ਼ਬਦ ਵਰਤਿਆ ਆਰੰਭ ਦੇ ਵਿੱਚ, ਕਹਿੰਦੇ ਪ੍ਰੀਤ ਮੈਂ ਕਿਵੇਂ ਵਿਹਾਜੀ, ਉਹਦਾ ਪ੍ਰੋਸੈਸ, ਉਹਦਾ ਸਫ਼ਰ, ਉਹਦਾ ਅਭਿਆਸ, ਉਹਦੀ ਕਮਾਈ, ਉਹਦੀ ਪ੍ਰੈਕਟਿਸ ਕਿਵੇਂ ਕੀਤੀ, ਉਹਦਾ ਜ਼ਿਕਰ ਕਰਦੇ। ਕਹਿੰਦੇ ਚਿੱਤ ਸਿਮਰਨ ਕਰੋ। ਚਿੱਤ ਤੋਂ ਭਾਵ ਹੈ ਚਿੰਤਨ ਕਰਨਾ, ਚੇਤੇ ਵਿੱਚ ਰੱਖਣਾ, ਚਿੰਤਨ ਕਰਨਾ। ਸਿਮਰਨ ਦਾ ਮਤਲਬ ਸਮਰਨ, ਯਾਦ ਕਰਨਾ। ਮੈਂ ਆਪਣੇ ਚਿੱਤ ਵਿੱਚ ਉਸ ਨੂੰ ਸਦਾ ਹੀ ਯਾਦ ਕਰਦਾ, ਉਹਦਾ ਸਮਰਨ ਕਰਦਾ, ਚਿੰਤਨ ਕਰਦਾ ਉਸ ਦਾ। ਮੈਂ ਸਦਾ ਉਸ ਦਾ ਚਿੰਤਨ ਕਰਦਾ। ਉਹ ਸਿਰਜਣਹਾਰ ਹੈ, ਉਹ ਪਾਲਣਹਾਰ ਹੈ, ਉਹ ਨਾਸ਼ ਕਰਤਾ ਹੈ, ਉਹ ਮਹਾਨ ਗੁਣਾਂ ਦਾ ਮਾਲਕ ਹੈ, ਉਹਦਾ ਹੁਕਮ ਵਰਤ ਰਿਹਾ ਹੈ, ਉਹਦੇ ਹੁਕਮ ਮੁਤਾਬਕ ਚੱਲਣਾ ਹੈ, ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਹੈ। ਆਪਣੇ ਆਪ ਨੂੰ, ਆਪਣੇ ਚੇਤੇ ਨੂੰ, ਆਪਣੇ ਚਿੰਤਨ ਨੂੰ ਮੈਂ ਉਸ ਮਾਲਕ ਦੇ ਗੁਣਾਂ ਵੱਲ ਜੋੜ ਲਿਆ। ਚਿੱਤ ਸਿਮਰਨ ਕਰੋ। ਫਿਰ ਕਹਿੰਦੇ ਨੈਣ ਅਵਿਲੋਕਨ। ਨੈਣ ਦਾ ਭਾਵ ਹੈ ਅੱਖਾਂ, ਅਵਿਲੋਕਨ ਦਾ ਭਾਵ ਹੈ ਵੇਖਣਾ। ਮੈਂ ਆਪਣੀਆਂ ਅੱਖਾਂ ਦੇ ਨਾਲ ਉਸ ਨੂੰ ਵੇਖਦਾ, ਚਾਰ ਸ਼ਫੇਰੇ ਵਰਤਦਾ ਹੋਇਆ ਅਨੁਭਵ ਕਰਦਾ। ਇਸ ਦਾ ਮਤਲਬ ਹੈ ਜਿਸ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆ ਹੈ। ਇਸ ਲਈ ਬਾਣੀ 'ਚ ਮਹਾਰਾਜ ਨੇ ਕਿਹਾ ਵੀ ਮੈਨੂੰ ਐਸੀ ਕੋਈ ਥਾਂ ਨਹੀਂ ਮਹਿਸੂਸ ਹੁੰਦੀ ਜਿੱਥੇ ਤੂੰ ਨਾ ਹੋਵੇਂ। ਕਾਇਨਾਤ ਦੇ ਹਰ ਜ਼ਰਰੇ ਜ਼ਰਰੇ ਵਿੱਚ ਮੈਂ ਤੈਨੂੰ ਵੇਖਦਾ, ਭਾਵ ਮਹਿਸੂਸ ਕਰ, ਵੇਖਣ ਤੋਂ ਭਾਵ ਮਹਿਸੂਸ ਕਰਨਾ, ਅਨੁਭਵ ਕਰਨਾ ਹੈ। ਇਹਨੂੰ ਲਖਣਾ ਵੀ ਕਿਹਾ ਬਾਣੀ 'ਚ, ਲਖ ਲਿਆ, ਭਾਵ ਜਾਣ ਲਿਆ, ਬੁੱਝ ਲਿਆ। ਫਿਰ ਤੀਜਾ ਸ਼ਬਦ ਵਰਤਿਆ ਸ਼ਰਵਣ ਬਾਣੀ ਸੁਜਸ ਪੂਰ ਰਾਖੋ। ਸ਼ਰਵਣ ਤੋਂ ਭਾਵ ਹੈ ਕੰਨ, ਬਾਣੀ ਤੋਂ ਭਾਵ ਹੈ ਗੱਲਬਾਤ, ਉਪਦੇਸ਼, ਵਿਚਾਰ। ਸੁਜਸ ਦਾ ਮਤਲਬ ਸੋਹਣਾ ਜਸ, ਸੋਹਣੀ ਵਡਿਆਈ। ਪੂਰ ਰਾਖੋ ਭਾਵ ਭਰ ਕੇ ਰੱਖਦਾ। ਮੈਂ ਆਪਣੇ ਕੰਨਾਂ ਨੂੰ ਤੇਰੀ ਵਡਿਆਈ ਦੀਆਂ ਗੱਲਾਂ ਨਾਲ, ਤੇਰੇ ਉਪਦੇਸ਼ ਨਾਲ ਭਰ ਕੇ ਰੱਖਦਾ। ਭਾਵ ਕੰਨਾਂ ਦੇ ਨਾਲ ਸਦਾ ਹੀ ਮੈਂ ਤੇਰੀ ਵਡਿਆਈ, ਤੇਰੀ ਸਿਫਤ, ਤੇਰੀ ਸ਼ੋਭਾ ਸੁਣ ਕੇ ਖੁਸ਼ ਹੋਣਾ, ਆਨੰਦਿਤ ਹੋਣਾ, ਪ੍ਰਸੰਨ ਹੋਣਾ। ਭਾਵ ਮੇਰੇ ਚਿੱਤ ਨੂੰ ਇਹ ਲਗਨ ਹੈ, ਮੇਰੀਆਂ ਅੱਖਾਂ ਨੂੰ ਵੀ ਇਹ ਲਗਨ ਹੈ, ਮੇਰੇ ਕੰਨਾਂ ਨੂੰ ਵੀ ਇਹ ਲਗਨ ਹੈ, ਮੇਰਾ ਵਜੂਦ ਇਵੇਂ ਤੈਨੂੰ ਸਮਰਪਿਤ ਹੋਇਆ ਪਿਆ, ਮੇਰਾ ਧਿਆਨ ਸਦਾ ਤੇਰੇ ਤੇ ਕੇਂਦਰਿਤ ਹੈ। ਫਿਰ ਆਖਦੇ ਨੇ ਮਨ ਸੋ ਮਧੁਕਰ ਕਰੋ।
ਮਧੂਕਰ ਕਹਿੰਦੇ ਨੇ ਭੌਰੇ ਨੂੰ। ਭੌਰਾ ਫੁੱਲ ਦੇ ਉੱਤੇ ਆ ਕੇ ਬੈਠਦਾ ਹੈ, ਗੁੰਜਾਰ ਪਾਉਂਦਾ, ਉਹਦਾ ਰਸ ਪੀਂਦਾ। ਪਰ ਵੇਖੋ, ਉਹ ਦੂਰੋਂ ਆ ਕੇ ਫੁੱਲ ਦੇ ਵਿਚਕਾਰਲੇ ਹਿੱਸੇ ਤੇ ਬੈਠ ਕੇ ਉਹਦਾ ਰਸ ਪੀਂਦਿਆਂ ਆਨੰਦ ਮਾਣਦਾ ਹੈ, ਫੁੱਲ ਦੀ ਸੁਗੰਧੀ ਦਾ, ਫੁੱਲ ਦੇ ਰਸ ਦਾ, ਫੁੱਲ ਦੇ ਰੂਪ ਦਾ। ਇੱਕ ਦਿਨ ਉਹ ਵਿਚਕਾਰਲੇ ਹਿੱਸੇ ਤੇ ਬੈਠਦਾ ਹੈ ਤੇ ਇੰਨਾ ਮਗਨ ਹੋ ਜਾਂਦਾ ਵੀ ਉਹਨੂੰ ਚੇਤਾ ਹੀ ਭੁੱਲ ਜਾਂਦਾ ਵੀ ਸੂਰਜ ਅਸਤ ਹੋ ਗਿਆ ਤੇ ਫੁੱਲ ਨੇ ਆਪਣੀਆਂ ਪੰਖੜੀਆਂ ਸਮੇਟ ਲੈਣੀਆਂ ਨੇ। ਦਮ ਘੁੱਟ ਕੇ ਮਰ ਜਾਂਦਾ ਹੈ, ਪਰ ਉਹਦੇ ਇਸ਼ਕ ਵਿੱਚ, ਉਹਦੀ ਮੁਹੱਬਤ ਵਿੱਚ, ਉਹਦੇ ਰਸ ਵਿੱਚ ਆਪਣਾ ਵਜੂਦ ਗਵਾ ਲੈਂਦਾ ਹੈ। ਉਹ ਰਸ ਨੂੰ ਤਿਆਗਦਾ ਨਹੀਂ। ਗੁਰਬਾਣੀ 'ਚ ਉਹਦੀ ਉਦਾਹਰਣ ਦਿੱਤੀ ਹੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵਾ ਹੈ। ਸਤਿਗੁਰੂ ਮਹਾਰਾਜ ਨੇ ਉਹ ਪ੍ਰਤੀਕ ਵਰਤਿਆ, ਕਹਿੰਦੇ ਮਾਨਸੋ ਮਧੂਕਰ ਕਰੋ। ਮਧ ਭਾਵ ਸ਼ਹਿਦ ਵਾਲਾ, ਰਸ ਵਾਲਾ, ਰਸ ਪੀਣ ਵਾਲਾ ਜੀਵ ਭੌਰਾ। ਮੈਂ ਆਪਣੇ ਮਨ ਨੂੰ ਭੌਰੇ ਦੀ ਨਿਆਈ ਬਣਾਇਆ। ਚਰਨ ਹਿਰਦੈ ਧਰੋਂ, ਹੇ ਮੇਰੇ ਮਾਲਕ ਵਾਹਿਗੁਰੂ, ਤੇਰੇ ਚਰਨ, ਤੇਰੀ ਯਾਦ ਮੇਰੇ ਲਈ ਫੁੱਲ ਦੀ ਨਿਆਈ ਹੈ ਤੇ ਮੇਰਾ ਮਨ ਉਸ ਫੁੱਲ ਤੇ ਗੁੰਜਾਰ ਪਾਉਣ ਵਾਲਾ, ਉਹਦਾ ਰਸ ਪੀਣ ਵਾਲਾ ਭਵਰਾ ਹੈ। ਮੈਂ ਤੇਰੀ ਯਾਦ ਆਪਣੇ ਹਿਰਦੇ ਵਿੱਚ ਰੱਖਦਾ। ਰਸਨ ਅੰਮ੍ਰਿਤ ਰਾਮ ਨਾਮ ਭਾਖੋਂ, ਮੈਂ ਰਸਨਾ ਦੇ ਨਾਲ ਤੇਰਾ ਅੰਮ੍ਰਿਤ ਵਰਗਾ ਆਤਮਿਕ ਜੀਵਨ ਦੇਣ ਵਾਲਾ ਸਰਵ ਵਿਆਪੀ ਪਰਮੇਸ਼ਰ ਜੀ ਨਾਮ, ਤੇਰੀ ਹੋਂਦ ਦੇ ਅਹਿਸਾਸ ਵਾਲੇ ਬੋਲ ਜਿਹੜੇ ਨੇ, ਤੇਰਾ ਹੁਕਮ, ਤੇਰੀ ਰਜ਼ਾ ਜਿਹੜੀ ਹੈ, ਉਹਨੂੰ ਭਖਦਾ, ਆਖਦਾ। ਭਾਵ ਮੇਰੀ ਰਸਨਾ ਵੀ ਸਦਾ ਤੇਰੀ ਤਾਕਤ, ਤੇਰੀ ਕੁਦਰਤ, ਤੇਰੇ ਹੁਕਮ ਦੇ ਸੋਲੇ ਗਾਉਂਦੀ ਹੈ। ਇਸ ਤਰ੍ਹਾਂ ਮੈਂ ਆਪਣਾ ਵਜੂਦ ਹੀ ਤੈਨੂੰ ਸਮਰਪਿਤ ਕਰਕੇ ਤੇਰੀ ਪ੍ਰੀਤ ਵਿਹਾਈ, ਜਿਸ ਨੂੰ ਮੈਂ ਘਟਣ ਨਹੀਂ ਦੇਣਾ ਚਾਹੁੰਦਾ। ਪਰ ਇਹ ਜਿਹੜਾ ਜੀਵਨ ਹੈ ਵੀ ਸਾਡੇ ਗਿਆਨ ਇੰਦਰੇ, ਸਾਡਾ ਮਨ, ਸਾਡਾ ਚਿੰਤਨ ਉਸ ਸੱਚ ਵੱਲੇ ਲੱਗੇ, ਇਹ ਮਨੋ ਅਵਸਥਾ ਕਿੱਥੋਂ ਪ੍ਰਾਪਤ ਹੁੰਦੀ ਹੈ? ਬਾਬਾ ਰਵਿਦਾਸ ਸਾਹਿਬ ਜੀ ਨੇ ਅਖੀਰਲੇ ਬੰਦ ਵਿੱਚ ਇਹਦਾ ਜ਼ਿਕਰ ਕੀਤਾ। ਕਹਿੰਦੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਗੁਰੂ ਦੀ ਸੋਭਤ ਸੰਗਤ ਤੋਂ ਬਿਨਾ ਇਹ ਪ੍ਰੇਮ ਮਨ ਵਿੱਚ ਪੈਦਾ ਨਹੀਂ ਹੁੰਦਾ। ਇਹ ਪ੍ਰੇਮ, ਇਹ ਪ੍ਰੀਤ ਕਿੱਥੋਂ ਪੈਦਾ ਹੁੰਦੀ ਹੈ? ਗੁਰੂ ਦੀ ਸੋਭਤ ਤੇ ਸੰਗਤ ਵਿੱਚੋਂ। ਤੇ ਫਿਰ ਆਖਦੇ ਨੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਪ੍ਰੇਮ ਤੋਂ ਬਿਨਾ ਉਹਦੀ ਭਗਤੀ ਨਹੀਂ ਹੋ ਸਕਦੀ। ਤਾਂ ਇਹ ਪ੍ਰੇਮਾ ਭਗਤੀ ਜਾਂ ਭਾਉ ਭਗਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ। ਉਹ ਭਗਤੀ ਜੋ ਪ੍ਰੇਮ ਆਧਾਰਿਤ ਹੈ, ਕਰਮ ਕਾਂਡ ਆਧਾਰਿਤ ਨਹੀਂ, ਹੱਠ ਤੇ ਆਧਾਰਿਤ ਨਹੀਂ, ਜੋਗ ਤੇ ਆਧਾਰਿਤ ਨਹੀਂ, ਸਰੀਰ ਨੂੰ ਖਪਾਉਣ ਦੇ ਆਧਾਰਿਤ ਨਹੀਂ, ਵਿਖਾਵੇ ਤੇ ਆਧਾਰਿਤ ਨਹੀਂ, ਪਾਖੰਡ ਦੇ ਆਧਾਰਿਤ ਨਹੀਂ। ਉਹ ਭਗਤੀ ਜਿਹੜੀ ਪ੍ਰੇਮ ਤੇ ਆਧਾਰਿਤ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਬਾਣੀ 'ਚ ਫਰਮਾਇਆ ਭਾਵ ਬਿਨ ਭਗਤ ਨਹੀਂ ਹੋਏ, ਤੇ ਪ੍ਰੇਮ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੋ ਸਕਦੀ। ਤੇ ਪ੍ਰੇਮ ਗੁਰੂ ਦੀ ਸੋਭਤ ਸੰਗਤ ਵਿੱਚੋਂ ਪੈਦਾ ਹੁੰਦਾ। ਮਨ ਦੀ ਬਣਤਰ ਗੁਰੂ ਸ਼ਬਦ ਨਾਲ ਇਹੋ ਜਿਹੀ ਬਣਦੀ ਹੈ ਕਿ ਮਨ 'ਚ ਤੇਰੇ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ ਤੇ ਉਸ ਪ੍ਰੇਮ ਦੇ ਵਿੱਚੋਂ ਤੇਰੇ ਲਈ ਭਗਤੀ ਪੈਦਾ ਹੁੰਦੀ ਹੈ। ਭਗਤੀ ਭਾਵ ਸਮਰਪਣ ਭਾਵ ਦਾ ਜੀਵਨ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਬਾਬਾ ਰਵਿਦਾਸ ਸਾਹਿਬ ਅਖੀਰਲੀ ਪੰਕਤੀ 'ਚ ਅਰਦਾਸ ਰੂਪ ਵਿੱਚ ਇਹ ਸ਼ਬਦ ਕਹਿੰਦੇ ਹਨ, ਇੱਕ ਬੇਨਤੀ ਹਰਿ ਸਿਉ, ਮੇਰੀ ਇੱਕੋ ਹੀ ਅਰਦਾਸ, ਇੱਕੋ ਹੀ ਬੇਨਤੀ ਹੈ ਉਸ ਮਾਲਕ ਪਰਮੇਸ਼ਰ ਦੇ ਸਾਹਮਣੇ। ਉਹਦੇ ਅੱਗੇ ਇੱਕੋ ਹੀ ਅਰਜ਼ੋਈ ਹੈ, ਪੈਜ ਰਾਖੋ, ਮੇਰੀ ਇੱਜ਼ਤ ਰੱਖੋ, ਮੇਰੀ ਪੱਤ ਰੱਖੋ। ਭਾਵ ਮੇਰਾ ਪ੍ਰੇਮ ਤੇਰੇ ਨਾਲੋਂ ਨਾ ਘਟੇ, ਇਹ ਮੇਰੇ ਲਈ ਪਤਵੰਤ, ਇੱਜ਼ਤ ਵਾਲਾ ਹੋਣ ਵਾਲੀ ਖੇਡ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਤੂੰ ਹੀ ਮੇਰਾ ਮਾਣ ਹੈ, ਤੂੰ ਹੀ ਮੇਰਾ ਤਾਣ ਹੈ, ਤੂੰ ਹੀ ਮੇਰਾ ਗਰੀਬ ਨਵਾਜ ਹੈ। ਦੁਨੀਆ ਦੀ ਕਿਸੇ ਧਿਰ ਕੋਲੋਂ ਮਾਣ ਨਹੀਂ ਮੰਗਿਆ ਬਾਬਾ ਰਵਿਦਾਸ ਸਾਹਿਬ ਨੂੰ, ਮੈਨੂੰ ਮਾਣ ਦਿਓ। ਉਹਨਾਂ ਆਖਿਆ ਤੂੰ ਹੀ ਮੇਰਾ ਮਾਣ ਹੈ। ਇਸ ਵਾਸਤੇ ਫਰਮਾਉਂਦੇ ਨੇ ਪੈਜ ਰੱਖੋ ਰਾਜਾ ਰਾਮ। ਰਾਜਾ ਦਾ ਭਾਵ ਹੈ ਜਿਹਦਾ ਰਾਜ ਹੋਵੇ। ਕਿਤੇ ਸਭ ਤੋਂ ਵਧੀਆ ਤੇ ਟਿਕਾਊ ਤੇ ਸਦਾ ਥਿਰ ਕਿਹਦਾ ਰਾਜ? ਬਾਕੀ ਤਾਂ ਰਾਜੇ ਆਉਂਦੇ ਨੇ ਚਲੇ ਜਾਂਦੇ ਨੇ, ਜਿਸ ਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਕੋਊ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸ਼ਬਦ ਉਚਾਰ ਕੇ ਰਾਮ ਤੋਂ ਭਾਵ ਹੈ ਵਿਆਪੀ, ਸਰਵ ਵਿਆਪੀ, ਰਮਿਆ ਹੋਇਆ, ਹਰ ਇੱਕ ਥਾਂ ਤੇ ਵਸਿਆ। ਉਹ ਹਰ ਇੱਕ ਥਾਂ ਤੇ ਵਸਿਆ ਹੋਇਆ ਜਿਹਦਾ ਸਾਰੀ ਕਾਇਨਾਤ ਉੱਤੇ ਰਾਜ ਤੇ ਹੁਕਮ ਚੱਲਦਾ ਹੈ। ਮੈਂ ਉਸ ਨੂੰ ਇਹ ਬਿਨੈ ਕਰਦਾ ਹਾਂ, ਮਿਹਰ ਕਰੋ, ਇਹ ਪ੍ਰੀਤ, ਇਹ ਪ੍ਰੇਮ ਸਦੀਵ ਕਾਲ ਬਣਿਆ ਰਹੇ।
ਸਤਿਗੁਰੂ ਕਿਰਪਾ ਕਰਨ ਇਹ ਪਾਵਨ ਉਪਦੇਸ਼ ਸਾਡੇ ਮਨਾਂ ਵਿੱਚ ਵਸੇ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੈ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।